ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋਪਾ ਭਰਿਓ ਜੈਸੇ ਦਾਦਰਾ, ਕਸ ਦੇਸ ਬਦੇਸ ਨਾ ਬੂਝਾ। ਐਸੇ ਮੇਰਾ ਮਨ ਵਿਖਿਆ ਮੁਹਿਆ, ਕਸ ਯਾਰ ਪਾਰ ਨ ਸੂਝਾ। ਸਗਲ ਬਵਨ ਕੀ ਨੈਕਹ, ਇਕ ਸਿਨ ਦਰਸ ਦਿਖਾਏ ਜੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਂਬਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗਿਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਹੈ ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਆਓ ਗੁਰੂ ਪਿਆਰਿਓ, ਸਤਿਗੁਰਾਂ ਦੀ ਰਹਿਮਤ ਸਦਕਾ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ, ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰੀਏ। ਅੱਜ ਆਪਾਂ ਰਾਣੀ ਸਵਿਤਰੀ ਨੂੰ ਜੋ ਭਗਤ ਰਵਿਦਾਸ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹਨਾਂ ਬਾਰੇ ਵਿਚਾਰ ਕਰਾਂਗੇ। ਕਾਂਸੀ ਰਾਜੇ ਦੀ ਰਾਣੀ ਸਵਿਤਰੀ ਨੇ ਭਗਤ ਰਵਿਦਾਸ ਸਾਹਿਬ ਜੀ ਦੀ ਬੜੀ ਚਰਚਾ ਸੁਣੀ, ਸੋਭਾ ਸੁਣੀ ਸਾਧ ਸੰਗਤ ਜੀ। ਰਾਣੀ ਨੇ ਇਹ ਵੀ ਸੁਣਿਆ ਕਿ ਗੰਗਾ ਮਈਆ ਨੇ ਹੱਥ ਉੱਪਰ ਕਰਕੇ ਭਗਤ ਰਵਿਦਾਸ ਜੀ ਦਾ ਕਸੀਰਾ ਫੜਨਾ ਕੀਤਾ ਹੈ, ਭੇਟ ਕਰਨਾ ਕੀਤਾ ਹੈ। ਰਾਣੀ ਸਵਿਤਰੀ ਨੇ ਸਾਧ ਸੰਗਤ ਜੀ ਕਈ ਹੋਰ ਕਥਾਵਾਂ ਵੀ ਸੁਣੀਆਂ ਭਗਤ ਰਵਿਦਾਸ ਸਾਹਿਬ ਜੀ ਦੀਆਂ, ਤੇ ਰਾਣੀ ਸਵਿਤਰੀ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀ ਦੇ ਦਰਸ਼ਨਾਂ ਦੀ ਤੜਫ ਪੈਦਾ ਹੋਈ, ਖਿੱਚ ਪੈਦਾ ਹੋਈ। ਪਰ ਮਨ ਦੇ ਵਿੱਚੋਂ ਇਹ ਖਿਆਲ ਨਾ ਗਿਆ ਕਿ ਭਗਤ ਰਵਿਦਾਸ ਜਨਮ ਕਰਕੇ ਸ਼ੂਦਰ ਨੇ। ਇਹ ਉਹਦੇ ਮਨ ਵਿੱਚ ਖਿਆਲ ਰਿਹਾ। ਉਹਨਾਂ ਇੱਕ ਕਾਂਸੀ ਰਾਜੇ ਦੀ ਰਾਣੀ, ਦੂਸਰੀ ਉੱਚੀ ਕੁਲ ਦੇ ਵਿੱਚ ਜੰਮਣਾ, ਤੀਸਰਾ ਰਾਜ ਮਰਿਆਦਾ ਤੇ ਚੌਥਾ ਕਾਂਸੀ ਦੇ ਬ੍ਰਾਹਮਣ ਦਾ ਬੜਾ ਜ਼ੋਰ ਸੀ ਉਹਨਾਂ ਦਿਨਾਂ ਦੇ ਵਿੱਚ। ਜਾਤ ਪਾਤ ਦਾ ਬਹੁਤ ਬੋਲਬਾਲਾ ਸੀ। ਇਹ ਸਾਰੇ ਮਾਮਲੇ ਵਿਚਾਰ ਕੇ ਨਾ ਸਾਧ ਸੰਗਤ ਜੀ, ਰਾਣੀ ਸਵਿਤਰੀ ਚੁੱਪ ਕਰਕੇ ਆਪਣੇ ਮਹਿਲ ਦੇ ਵਿੱਚ ਬੈਠੀ ਰਹੀ। ਪਰ ਉਸਦੇ ਮਨ ਦੇ ਵਿੱਚ ਕਲਪਨਾ ਤੇਜ਼ ਹੋ ਗਈ। ਉਹ ਜਦੋਂ ਵੀ ਧਿਆਨ ਧਰਦੀ
ਤਾਂ ਉਹਦੇ ਸਾਹਮਣੇ ਭਗਤ ਰਵਿਦਾਸ ਸਾਹਿਬ ਦੀ ਤਸਵੀਰ ਉਹਦੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ। ਰਾਣੀ ਸਵਿਤਰੀ ਮਹਿਲ ਦੇ ਮੰਦਰ ਦੇ ਵਿੱਚ ਗਈ। ਉਸ ਮੰਦਰ ਵਿੱਚ ਸ੍ਰੀ ਰਾਧਾ ਕ੍ਰਿਸ਼ਨ ਦੀ ਮੂਰਤੀ ਵੀ ਸੀ ਸਾਧ ਸੰਗਤ ਜੀ, ਰਾਣੀ ਦੇ ਮੰਦਰ ਦੇ ਵਿੱਚ। ਉਹ ਮੂਰਤੀ ਵੀ ਰਾਣੀ ਸਵਿਤਰੀ ਨੂੰ ਭਗਤ ਰਵਿਦਾਸ ਸਾਹਿਬ ਜੀ ਦੀ ਨਜ਼ਰ ਪਈ ਤੇ ਉਹ ਰਾਣੀ ਬੜੀ ਹੈਰਾਨ ਹੋ ਗਈ ਸਾਧ ਸੰਗਤ ਜੀ। ਉਸ ਵੇਲੇ ਮਹਿਲਾਂ ਦੇ ਵੱਲ ਆ ਗਈ ਤੇ ਆਪਣੀ ਦਾਸੀ ਦੇ ਨਾਲ ਰਾਣੀ ਸਵਿਤਰੀ ਨੇ ਗੱਲ ਕੀਤੀ। ਕਹਿਣ ਲੱਗੀ, ਹੇ ਦਾਸੀ, ਕੁਝ ਵੀ ਹੋਵੇ ਆਪਾਂ ਸਵੇਰੇ ਭਗਤ ਰਵਿਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਵਾਂਗੀਆਂ। ਉਹਨਾਂ ਦੇ ਦਰਸ਼ਨਾਂ ਦੀ ਬਹੁਤ ਲੋੜ ਹੈ। ਹੇ ਰਾਣੀ, ਉਹ ਤਾਂ ਸ਼ੂਦਰ ਹੈ। ਉਦਾਸੀ ਕਹਿਣ ਲੱਗੀ ਕਿ ਹੇ ਰਾਣੀ, ਭਗਤ ਰਵਿਦਾਸ ਸਾਹਿਬ ਤਾਂ ਸ਼ੂਦਰ ਨੇ, ਨੀਵੀਂ ਜਾਤੀ ਦੇ ਵਿੱਚ ਪੈਦਾ ਹੋਏ ਨੇ, ਤੇ ਤੁਸੀਂ ਇੱਕ ਉੱਚੀ ਜਾਤੀ ਤੇ ਦੂਸਰੀ ਮਹਾਰਾਣੀ। ਇਹ ਖਿਆਲ ਕਰ ਲਓ। ਦਾਸੀ ਨੇ ਰਾਣੀ ਸਵਿਤਰੀ ਨੂੰ ਹੱਥ ਜੋੜ ਕੇ ਉੱਤਰ ਦੇ ਦਿੱਤਾ। ਸਾਧ ਸੰਗਤ ਜੀ, ਰਾਣੀ ਸਵਿਤਰੀ ਨੇ ਇੱਕ ਨਾ ਮੰਨੀ। ਅਗਲੇ ਦਿਨ ਦਾਸੀ ਨੂੰ ਨਾਲ ਲੈ ਕੇ ਭਗਤ ਰਵਿਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਮਹਿਲਾਂ ਦੇ ਵਿੱਚ ਤੁਰ ਪਈ। ਸਾਧ ਸੰਗਤ ਜੀ, ਤੇ ਜਾ ਕੇ ਰਾਣੀ ਸਵਿਤਰੀ ਸੰਗਤ ਦੇ ਵਿੱਚ ਬੈਠ ਗਈ। ਪਰ ਅੱਗੇ ਹੋ ਕੇ ਭਗਤ ਰਵਿਦਾਸ ਸਾਹਿਬ ਨੂੰ ਸੀਸ ਨਾ ਨਿਭਾਇਆ, ਮੱਥਾ ਨਾ ਟੇਕਿਆ, ਤੇ ਆਪਣੇ ਦਾਸੀ ਦੇ ਰਾਹੀਂ ਕੁਝ ਮਾਇਆ ਭੇਟ ਚੜਾਤੀ। ਆਪ ਰਾਣੀ ਸਵਿਤਰੀ ਨੇੜੇ ਨਾ ਗਈ ਭਗਤ ਰਵਿਦਾਸ ਸਾਹਿਬ ਜੀ ਦੇ। ਤੇ ਭਗਤ ਰਵਿਦਾਸ ਸਾਹਿਬ ਜੀ ਨੇ ਇਹ ਸਭ ਦੇਖ ਕੇ ਨਾ ਉਸ ਵੇਲੇ ਕਹਿੰਦੇ ਸ਼ਬਦ ਉਚਾਰਨ ਕੀਤਾ, ਬਾਣੀ ਉਚਾਰਨ ਕੀਤੀ, ਰਾਣੀ ਦੀ ਅੰਦਰਲੀ ਭਾਵਨਾ ਜਾਣ ਕੇ। ਭਾਜੀ ਕਹਿੰਦੇ, ਤੁਝੇ ਸੁਜੰਤਾ ਕਸੋ ਨਾਹੀਂ, ਪਹਿਰਾਵਾ ਦੇਖੇ ਉਹ ਬਜਾਹੇ, ਗਰਭਵਤੀ ਕਾ ਨਾਹੀਂ ਠਾਓ, ਤੇਰੀ ਗਰਦਨ ਉੱਪਰ ਲਬੈ ਕਾਬੋ। ਭਗਤ ਜੀ ਰਾਣੀ ਸਵਿਤਰੀ ਨੂੰ ਨਾ ਸੰਬੋਧਨ ਕਰਕੇ ਕਹਿੰਦੇ, ਹੇ ਮਹਾਰਾਣੀ, ਤੈਨੂੰ ਸੁਝਦਾ ਕੁਝ ਨਹੀਂ। ਤੂੰ ਆਪਣੀ ਕੁਲ ਦਾ ਉੱਚ ਪਹਿਰਾਵਾ ਦੇ ਕੇ ਆਪਣੇ ਆਪ ਦੇ ਵਿੱਚ ਉੱਚੀ ਹੋਈ ਫਿਰਦੀ ਹੈ ਵੀ ਮੈਂ ਉੱਚੇ ਘਰਾਣੇ ਵਿੱਚ ਪੈਦਾ ਹੋਈ ਹੈ। ਹੰਕਾਰਨ ਬੁੱਧੀ ਦਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ। ਜਿਹੜੀ ਬੁੱਧੀ ਹੰਕਾਰ ਕਰਦੀ ਹੈ, ਤੇ ਐਸੀ ਬੁੱਧੀ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ। ਤੇਰੀ ਧੌਣ ਤੇ ਕਾਲ ਰੂਪੀ ਕਾਂ ਕੂਕ ਰਿਹਾ। ਹੇ ਭੁੱਲੀ ਹੋਈ ਬਾਬਰੀ ਮੂਰਖਣ, ਤੂੰ ਜਾਤ ਪਾਤ ਦਾ ਹੰਕਾਰ ਕਿਉਂ ਕਰਦੀ ਐ? ਭਾਵ ਕਿਸ ਗੱਲ ਤੇ ਐਡਾ ਮਾਣ ਮੰਨ ਲਿਆਂਦਾ? ਤੇਰੀ ਮਿਆਦ ਕੁਝ ਵੀ ਨਹੀਂ। ਤੇਰੀ ਮੁਨਿਆਦ ਇੰਨੀ ਕੈ ਜਿਵੇਂ ਭਾਦੋ ਦੇ ਮਹੀਨੇ ਵਿੱਚ ਖੁੰਭ ਦਾ ਘੜੀ ਦੋ ਘੜੀਆਂ ਦਾ ਰਾਜ ਹੁੰਦਾ ਹੈ, ਇਵੇਂ ਤੂੰ ਉਸ ਤੋਂ ਵੀ ਕਾਹਲੀ ਛੇਤੀ ਨਾਸ ਹੋ ਜਾਣ ਵਾਲੀ ਹੈ।
ਜਿਸ ਤਰ੍ਹਾਂ ਹਰਨ ਨੂੰ ਭੇਦ ਨਹੀਂ ਹੁੰਦਾ ਕਿ ਸੁਗੰਧੀ ਆਪਣੀ ਨਾਭੀ ਦੇ ਅੰਦਰ ਹੁੰਦੀ ਹੈ, ਪਰ ਭਾਲਦਾ ਝਾੜੀਆਂ ਦੇ ਵਿੱਚ ਫਿਰਦਾ ਹੈ, ਇਵੇਂ ਹੀ ਤੂੰ ਆਪਣੇ ਅੰਦਰ ਮਨ ਦੇ ਵਿੱਚੋਂ ਲੱਭ, ਬਾਹਰ ਨਾ ਫੇਰਾ। ਜੋ ਜੀਵ ਆਪਣੇ ਅੰਦਰ ਖੋਜਦਾ ਹੈ, ਪਰਮਾਤਮਾ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ। ਜਿਹੜਾ ਪਰਮਾਤਮਾ ਨੂੰ ਆਪਣੇ ਅੰਦਰੋਂ ਖੋਜਦਾ ਹੈ, ਫਿਰ ਉਸ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਜੋ ਆਪਣੇ ਸੋਹਣੇ ਰੰਗ ਰੂਪ ਦਾ, ਆਪਣੇ ਪਰਿਵਾਰ ਦਾ ਹੰਕਾਰ ਕਰਦਾ ਹੈ, ਉਸ ਤੋਂ ਭਗਵਾਨ ਫਿਰ ਭਗਤ ਰਵਿਦਾਸ ਸਾਹਿਬ ਕਹਿੰਦੇ ਲੇਖਾ ਮੰਗਦਾ ਹੈ। ਕੀਤੇ ਹੋਏ ਕਰਮਾਂ ਦਾ ਫਲ ਜੀਵ ਨੂੰ ਭੋਗਣਾ ਪੈਂਦਾ ਹੈ। ਜੇਕਰ ਸਾਧਾਂ ਦੀ ਸਰਨੀ ਲਵੇਂਗੀ ਤਾਂ ਜਨਮ ਮਰਨ ਤੋਂ ਕੁਟਾਉਣ ਪਾਪ ਲੱਥ ਜਾਣਗੇ। ਭਗਤ ਰਵਿਦਾਸ ਕਹਿੰਦੇ ਜੋ ਮਨੁੱਖ ਵਾਹਿਗੁਰੂ ਦਾ ਨਾਮ ਸਿਮਰਦਾ ਹੈ ਨਾ, ਉਸ ਦਾ ਜਾਤ ਪਾਤ, ਜਨਮ ਜੂਨ ਇਹਨਾਂ ਦੇ ਨਾਲ ਕੋਈ ਕੰਮ ਨਹੀਂ। ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਉਹ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵਸਦਾ ਵੇਖਦਾ ਹੈ। ਵੀ ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਹੈ, ਸਾਰਿਆਂ ਜੀਵਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ। ਤੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦਾ ਜਾਤ ਪਾਤ, ਜਨਮ ਜੂਨ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਕੰਮ ਨਹੀਂ। ਭਗਤ ਰਵਿਦਾਸ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ ਵਿਦੇਸ ਨਾ ਬੂਝਾ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਸ ਆਰਾ ਪਾਰ ਨ ਸੁਝ। ਸਗਲ ਭਵਨ ਕੇ ਨਾਇਕਾ ਇੱਕ ਸਿਨ ਦਰਸ ਦਿਖਾਏ ਜੀ, ਮਲਨ ਭਾਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ। ਭਗਤ ਰਵਿਦਾਸ ਸਾਹਿਬ ਜੀ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਇਹਨਾਂ ਬਚਨਾਂ ਦਾ ਭਾਵ ਹੈ, ਭਗਤ ਰਵਿਦਾਸ ਕਹਿੰਦੇ ਹੇ ਭਾਈ ਜਨੋ, ਜਿਵੇਂ ਖੂਹ ਦੇ ਡੱਡੂ ਨੂੰ ਖੂਰ ਦੇ ਬਾਹਰਲੇ ਦੇਸ਼ ਦੁਨੀਆ ਦਾ, ਸਮੁੰਦਰ ਦਾ ਕੋਈ ਅਕਲ ਨਹੀਂ ਹੁੰਦੀ ਕਿ ਉਹ ਸਮਝਦਾ ਹੈ ਕਿ ਸਾਰੇ ਜਗਤ ਦਾ ਬਾਦਸ਼ਾਹ ਖੂਹ ਹੀ ਹੈ। ਇਸੇ ਪ੍ਰਕਾਰ ਮੇਰਾ ਹਉਮੈ ਨੇ ਮਨ ਮੋਹੀ ਰੱਖਿਆ, ਇਹਨੂੰ ਕੁਛ ਵੀ ਲੋਕ ਪਰਲੋਕ ਦੀ ਖਬਰ ਨਹੀਂ। ਬਸ ਇਹੀ ਕਹਿੰਦਾ ਕਿ ਮੈਂ ਹੀ ਸਭ ਤੋਂ ਸ੍ਰੇਸ਼ਟ ਹੈ। ਇਹ ਸਾਰੀ ਦੁਨੀਆ ਦੇ ਸਰਦਾਰ ਭਗਵਾਨ, ਜਾਂ ਮੈਨੂੰ ਕੇਵਲ ਇੱਕ ਸਿਨ ਦੇ ਭਰ ਵਿੱਚ ਹੀ ਦਰਸ਼ਨ ਦਿਖਾਇਓ। ਤੇ ਸਾਧ ਸੰਗੀ ਇਹ ਵਚਨ ਭਗਤ ਰਵਿਦਾਸ ਸਾਹਿਬ ਜੀ ਨੇ ਰਾਣੀ ਸਮਿਤਰੀ ਨੂੰ ਸੰਬੋਧਨ ਕਰਕੇ ਕਹੇ। ਸਾਧ ਸੰਗਤ ਜੀ, ਤੇ ਭਗਤ ਰਵਿਦਾਸ ਸਾਹਿਬ ਜੀ ਦੀ ਕਹਿੰਦੇ, ਭਗਤ ਰਵਿਦਾਸ ਸਾਹਿਬ ਜੀ ਨੇ ਐਸੀ ਭਗਤੀ ਕੀਤੀ ਕਿ 4 ਕੁੰਟਾਂ ਤੇ 3 ਲੋਕਾਂ ਦੇ ਵਿੱਚ ਭਗਤ ਰਵਿਦਾਸ ਸਾਹਿਬ ਦੀ ਚਰਚਾ ਹੋ ਗਈ। ਰਾਜੇ ਮਹਾਰਾਜੇ ਆਪ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ ਤੇ ਸਾਰੇ ਭੁੱਲ ਗਏ ਕਿ ਭਗਤ ਰਵਿਦਾਸ ਜੀ ਜਾਤ ਜਨਮ ਕਰਕੇ ਸ਼ੂਦਰ ਨੇ। ਸਰਦਾ ਦੇ ਨਾਲ ਮੱਥਾ ਟੇਕ ਕੇ ਦਰਸ਼ਨ ਕਰਕੇ ਆਪਣੀ ਮੁਰਾਦ ਮੰਗ ਕੇ ਜਾਂਦੇ। ਸਾਧ ਸੰਗਤ ਜੀ, ਭਗਤ ਰਵਿਦਾਸ ਸਾਹਿਬ ਦੇ ਕੋਲੋਂ ਝਾਲਾ ਰਾਣੀ ਦਾ ਪਿਆਰ ਤੇ ਚੰਦਰਹਾਸ ਦੀ ਸਰਦਾ ਨੇ ਵੀ ਭਗਤ ਰਵਿਦਾਸ ਸਾਹਿਬ ਦੀ ਜਸ ਦਾ ਪ੍ਰਕਾਸ਼ ਕੀਤਾ। ਸਾਧ ਸੰਗਤ ਜੀ, ਆਜੂ ਤੇ ਭਗਤੀ ਦੋਵੇਂ ਜਦੋਂ ਸਿਖਰ ਤੇ ਪਹੁੰਚ ਗਈਆਂ ਤਾਂ ਭਗਤ ਰਵਿਦਾਸ ਜੀ ਤੇ ਪਰਮਾਤਮਾ ਦੀ ਜਾਤ ਵਿੱਚ ਅਭੇਦਤਾ ਆ ਗਈ। ਸਾਧ ਸੰਗਤ ਜੀ, ਦੋਈ ਦਾ ਫਰਕ ਮਿਟ ਗਿਆ। ਭਗਤ ਤੇ ਭਗਵਾਨ ਇੱਕ ਰੂਪ ਹੋ ਗਏ ਤੇ ਭਗਵਾਨ ਜੀ ਭਗਤ ਜੀ ਭਗਵਾਨ ਦੇ ਨਾਲ ਸਾਧ ਸੰਗਤ ਜੀ ਕਹਿੰਦੇ ਗੱਲਾਂ ਕਰਨ ਲੱਗ ਪਏ। ਉਸ ਪਰਮਾਤਮਾ ਦੇ ਨਾਲ ਗੱਲਾਂ ਕਰਨ ਲੱਗ ਪਏ।
ਤੇ ਭਗਤ ਰਵਿਦਾਸ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ कि जब हम होते तब तू नाही, अब तू ही मैं नाही। अनल अगम जैसे लहर माए, उदत केव जल केवल जल माही। माधवे क्या कही है भ्रम ऐसा, जैसा मानिए होए ना तैसा। भगत रविदास साहब जी अकाल पुरख वाहिगुरु परमेश्वर ਨੂੰ ਸੰਬੋਧਨ ਕਰਕੇ ਬੇਨਤੀਆਂ ਕਰਦੇ ਨੇ। ਭਗਤ ਜੀ ਕਹਿੰਦੇ हे ਵਾਹਿਗੁਰੂ ਜੀ, ਜਦ ਮੈਂ ਆਪਣੇ ਆਪ ਨੂੰ ਸ਼ੂਦਰ ਸਮਝਦਾ ਹੁੰਦਾ ਸੀ ਤਾਂ ਤੂੰ ਮੇਰੇ ਪਾਸ ਨਹੀਂ ਆਉਂਦਾ ਹੁੰਦਾ। ਹੁਣ ਮੈਂ ਆਪਣਾ ਸ਼ੂਦਰਪਣਾ ਦੂਰ ਕਰ ਦਿੱਤਾ ਤਾਂ ਤੂੰ ਮੈਨੂੰ ਮਿਲ ਪਿਆ ਹੈ। जब हम होते तब तू नाही, अब तू ही मैं नाही। हुण तू मैं ते दोवें, हुण तू ते मैं दोवें एक रूप हाँ। जो मेरे विच सुधरपौना सी वो नहीं रहा। जिक्र पवन चलन दे नाल समुंदर दे विच अणगिनत ही लहरां उठदियां ने। ਉਹ ਜਲ ਵਿੱਚ ਕੇਵਲ ਜਲ ਦਾ ਰੂਪ ਹੀ ਹੁੰਦੀਆਂ ਨੇ। ਇੱਕੋ ਹੀ ਤੂੰ ਤੇ ਮੈਂ ਹਾਂ। ਹੁਣ ਆਪਾਂ ਦੋਵੇਂ ਇੱਕ ਰੂਪ ਹੋ ਗਏ। ਭਗਤ ਰਵਿਦਾਸ ਸਾਹਿਬ ਜੀ ਪਰਮਾਤਮਾ ਨੂੰ ਸੰਬੋਧਨ ਕਰਕੇ ਆਪਣੀਆਂ ਬੇਨਤੀਆਂ ਕਰ ਰਹੇ ਨੇ ਕਿ हे ਵਾਹਿਗੁਰੂ, ਕੀ ਕਹੀਏ ਕਿ ਭਰਮ ਇਕਰ ਦਾ ਹੈ, ਜ਼ਿਕਰ ਦਾ ਪਹਿਲੇ ਮੰਨੀਦਾ ਹੈ, ਫਿਕਰ ਦਾ ਵੀ ਫਿਰ ਵੀ ਨਹੀਂ ਹੁੰਦਾ ਭਾਵ। ਜ਼ਿਕਰ ਅੰਧੇਰੇ ਦੇ ਵਿੱਚ ਚੀਜ਼ ਨੂੰ ਹੋਰ ਦਾ ਹੋਰ ਸਮਝ ਲਈਦਾ, ਕਿਵੇਂ ਚਾਨਣ ਦੇ ਪਿੱਛੋਂ ਫਿਰ ਉਹਦਾ ਪਤਾ ਲੱਗਦਾ ਵੀ ਉਹ ਫਲਾਨੀ ਚੀਜ਼ ਹੈ। ਭਗਤ ਜੀ ਕਹਿੰਦੇ ਜੇਕਰ ਇੱਕ ਰਾਜੇ ਨੇ ਸਿੰਘਾਸਣ ਉੱਤੇ ਸੁੱਤੇ ਪਿਆ ਸੁਪਨੇ ਦੇ ਵਿੱਚ ਭਿਖਾਰੀ ਹੋਇਆ ਤੇ ਰਾਜ ਦੇ ਹੁੰਦਿਆਂ ਰਾਜ ਤੋਂ ਵਿਛੜ ਕੇ ਦੁੱਖ ਪਾਇਆ। ਜੇਕਰ ਰੱਸੀ ਦੇ ਵਿੱਚ ਸੱਪ ਭਾਸਮ ਦਾ ਪ੍ਰਸੰਗ ਹੈ, ਹੁਣ ਕੁਝ ਗੁਰਾਂ ਨੇ ਇਸ ਗੱਲ ਦਾ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇਹ ਭੇਦ ਪ੍ਰਮਾਤਮਾ ਨੇ ਦੱਸ ਦਿੱਤਾ ਹੈ। ਇਸ ਸਾਰੇ ਸੰਸਾਰ ਦੇ ਵਿੱਚ ਇੱਕ ਹੀ ਸੁਆਮੀ ਅਨੇਕਾਂ ਰੂਪ ਹੋ ਰਿਹਾ ਹੈ ਅਤੇ ਸੋਈ ਹੀ ਸਾਰੇ ਘਟਾਂ ਨੂੰ ਭੋਗ ਰਿਹਾ ਹੈ। ਤੇ ਸਾਧ ਸੰਗੀ ਭਗਤ ਰਵਿਦਾਸ ਸਾਹਿਬ ਕਹਿੰਦੇ ਹੁਣ ਮੈਂ ਜਿੱਧਰ ਵੇਖਦਾ ਉਧਰ ਤੂੰ ਹੀ ਮੈਨੂੰ ਵਸਦਾ ਦਿਸਦਾ ਹੈ। ਇਸ ਸਾਰੇ ਸੰਸਾਰ ਦੇ ਵਿੱਚ ਇੱਕ ਹੀ ਸੁਆਮੀ ਅਨੇਕਾਂ ਰੂਪ ਹੋ ਰਿਹਾ ਹੈ ਤੇ ਸਾਰੇ ਹੀ ਘਟਾਂ ਨੂੰ ਭੋਗ ਰਿਹਾ ਹੈ। ਭਗਤ ਰਵਿਦਾਸ ਜੀ ਕਹਿੰਦੇ ਉਹ ਫਿਰ ਹੱਥ ਦੇ ਨਾਲੋਂ ਵੀ ਨੇੜੇ ਹੈ। ਅਸੀਂ ਸਹਿਜੇ ਹੀ ਜੋ ਕੁਝ ਹੁੰਦਾ ਸੋ ਹੋਣ ਦਿੰਦੇ ਆ। ਉਧਰ ਉਸ ਦਾ ਭਾਣਾ ਉਸ ਪਰਮਾਤਮਾ ਦਾ ਅਸੀਂ ਭਾਣਾ ਮੰਨਦੇ ਆ। ਭਗਤ ਰਵਿਦਾਸ ਜੀ ਕਹਿੰਦੇ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਸੂਟਨ ਕਉ ਯਤਨ ਕਰੋ ਹਮ ਸੂਟੇ ਤੁਮ ਅਰਾਧੇ। ਜੇ ਸਾਨੂੰ ਮੋਹ ਦੀਆਂ ਫਾਹੀਆਂ ਕਰਕੇ ਬੰਨਿਆ ਹੈ ਤਾਂ ਅਸਾਂ ਵੀ ਤੈਨੂੰ ਪ੍ਰੇਮ ਰੂਪ ਬੰਧਨਾ ਕਰਕੇ ਬੰਨਿਆ ਹੈ। ਤੂੰ ਆਪਣੇ ਸੁੱਟਣ ਦਾ ਯਤਨ ਕਰ, ਅਸੀਂ ਤੈਨੂੰ ਯਾਦ ਕਰਕੇ ਸੁੱਟ ਗਏ ਹਾਂ। ਹੇ ਵਾਹਿਗੁਰੂ, ਜੇਕਰ ਸਾਡੀ ਪ੍ਰੀਤੀ ਤੁਹਾਡੇ ਨਾਲ ਹੈਗੀ ਹੈ, ਜ਼ਿਕਰ ਦੀ ਤੁਸੀਂ ਆਪ ਹੀ ਜਾਣਦੇ ਹੋ, ਹੁਣ ਜੈ ਐਸੀ ਤੈਸੀ ਕੀ ਕਰੋਗੇ, ਭਾਵ ਪ੍ਰੀਤੀ ਛੁਡਾ ਨਹੀਂ ਸਕੋਗੇ। ਤੇ ਤੁਹਾਡੀ ਪ੍ਰੀਤੀ ਇੱਕ ਹੈ ਜ਼ਿਕਰ ਅੱਗੇ ਵਰਣਨ ਕਰਦੇ ਨੇ। ਕਹਿੰਦੇ ਜੇਕਰ ਮੱਛੀ ਨੂੰ ਪਾੜ ਕੇ ਫਾੜੀਆਂ ਫਾੜੀਆਂ ਕਰਕੇ ਕੱਟਿਆ ਜਾਵੇ
मीन पकर फांक्यो अर काट्यो राध की बानी खंड खंड कर भोजन कीनो ताऊ न बिसरियो पानी। भगत रविदास जी कहते जेकर मच्छी नूं फाड़ के उहदियां फाड़ियां फाड़ियां करके कट्टिया जावे ते बहुत बनियां दा रिढ़ना कीता जावे ते उन चिथ के खाधा फिर भी पानी ना भुलिया। भाव भगत रविदास कहते जिहड़े मच्छी का मांस खांदे ने ना उन्हां नूं त्रे प्यास बहुत लगदी है। वाहिगुरू किसी दे प्यो दा नहीं, भगत रविदास जी कहंदे जिहड़ा परमात्मा है वो एक दा नहीं, किसी दे प्यो दा नहीं। गोबिंद भाओ भगती दा भुखा है, वाहिगुरू राजा प्रेमियां दा है। ते उस परमात्मा नूं जिहड़ा भी याद करदा परमात्मा उहदी लाज रखदा है ते परमात्मा अपने सेवकां दी लाज रखदा आया है। भगत रविदास कहंदे सुख सागर सुरत चिंतामन काम धीन बस जाके चार पदार्थ अष्ट दसा सिद्ध नव निध कर तल तांके। इन्हां बचनां दी नाल भगत रविदास साहिब जी बख्श करदे ने कि जिस सुखां दे समुंदर दे कल्प बरसा चिंतामणि काम धीन बस है, चार पदार्थ 18 सिद्धियां 9 निधियां तिसदी हाथी हथेली उत्ते ने। वाहिगुरू वाहिगुरू रचना करके क्यों नहीं जपदा, होर सब बचनां दी रचना छड्ड भगत रविदास साहिब जी कहंदे। कई तरह के शास्त्र पुराण वेदां दियां विधियां 34 अखरां दे विच व्यास जी ने विचार के कहा कि परम अर्थ वाहिगुरू दे नाम दे बराबर कोई भी वस्तु नहीं। जिहड़ा परमात्मा दा नाम है वह सब तो उच्चा है। नाना विधि वेद पुराण शास्त्र 34 अखरां दे विच हन, पर नाम दे बराबर कोई नहीं। भगत रविदास साहिब जी कहंदे उपाधियां तो वड्डे रहत वड्डे भागां वालियां दी सहज समाधि दे विच लिव लगी है। ते भगत रविदास जी कहंदे हे वाहिगुरू तेरे ज्ञान दा चानण हिरदे विच धारण कीता तां जन्म मरण दे डर दी पीड़ भी दौड़ गई। भगत जी कहते जो तुम गिरबर तो हम मोरा, जो तुम चंद तो हम भये हैं चकोरा। माधवे तुम ना तोरो तो हम नी तोरे, तुम स्यों तोर काबुन स्यों जोरे। भगत जी इन्हां बचनां दे नाल बख्शिश करदे ने कि जे असीं पहाड़ बत हो तां असीं मोर वत हां। हे परमेश्वर जे तुसीं पहाड़ वत हो तां असीं मोर वत हां, जे तुसीं चंद्रमा वत हो तां असीं चकोर वत होए हां। हे वाहिगुरू तुसीं सानू किधरे लगा के अपने नालों प्रीत ना तोड़ देवो, भाव तुसीं साडे नालों प्रीति तोड़ दिओ तां बेशक तोड़ दिओ, पर असीं नहीं तोड़ांगे तुहाडे नाल प्यार वाली प्रीति, क्योंकि तुहाडे नाल तोड़ के किस दे नाल असीं प्रीति जोड़ांगे। जे तुसीं दीवा हो तां असीं तुहाडे दीवे दी बत्ती बन के जगदे आ, जे तुसीं तीर्थ हो तां असीं यात्रु हां। सच्ची प्रीति असां तुहाडे दे नाल जोड़ी होई है। हे अकाल पुरख वाहिगुरू परमेश्वर, ते तुहाडे नाल जोड़ के असीं होर दे नाल नहीं जोड़न वाले। जिथे जिथे जांदा है उथे तेरी सेवा है,
तेरे वर्गा ठाकुर सानू होर कोई नज़र नहीं आ रहा। तेरे भजन करके जमां दी फाही कटी जाती है ते भगती भाव वासना तेरा भगत रविदास गाउंदा है। भगत रविदास कहते ये जोड़ा शरीर है ना, ये शरीर पानी की कंध है। जल की भेंट पवन का थंबा रक्त बूंद का गारा, हाथ मास नाड़ी को पिंजर पंखी बसे बेचारा। प्राणी क्या मेरा क्या तेरा, जैसे तरबर पंख बसेरा, राखो कंध उसारो नीबा, 3.5 हाथ तेरी सेवा। ये जोड़ा शरीर है ना, भगत रविदास जी कहते एक पानी की कंध है, हवा सुवासां दा थंम है ते बिंद दा इनू गारा लग्या होया इस शरीर नूं। हड्ड मास नाड़ियां दा ये पिंजर है ते जीव रूपी पांसी विचारा इहदे विच वस रहा है, शरीर दे विच। पातशाह कहंदे हे प्राणी, इस संसार दे विच की मेरा ते की तेरा है। ये तो तेनू रैन बसेरा मिलिया होया दुनियादारी ते। जिमें बिरछ दे उत्ते पांसियां दा वासा हुंदा है, दिन दे वेले सतसंगी पांसी जो उड़ारियां भरदे ने ना, ते जिथे शाम हो जाती है उसी दरख्ते अपना वासा करते ने पांसी। रात कटते ने, जो सवेर हुंदी आ उड़ारी भर दिंदे ने। ये पांसी रुख नूं कदे भी अपना नहीं समझते। रात कटी उड़ारी भरती ते पांसियां दा जिस वरत वासा हुंदा है, इस शरीर वास्ते की कुछ रखता है, उसारियां नवीं नवीं उसारियां करता है अपने वसन वास्ते। ते मनुख इस शरीर का बड़ा ख्याल रखता है, भाव चंगे चंगे महल माड़ियां बनाउंदा है। ते भगत रविदास जी कहते तेरे रहन वास्ते तां तैनू अखीरी समय 3.5 हाथ जगह चाहिदी है। कार 3.5 हाथ घनी तां पौने 4 ते अपने आप के शरीर ते भाई तू मान करदा है भी आ मेरा घर बार है, मेरी जमीन जायदाद। पर तेरे वास्ते तां अखीरी समय 3.5 हाथी जगह मिलनी है, जिन्ना तैनू लम्मा पै के जगह मिलनी है। सुंदर बाल ते पग सिर ते टेढ़ी, ये शरीर सुवास की ढेरी हो जाएगा, एक दिन सुवाह की ढेरी हो जाएगा। उच्चे मंदिर ते सुंदर नारियां दे विच तों प्रीत पाई हुई है, वाहिगुरू दे नाम तो बिना ये जीवन की बाजी हार के चलिया जावेगा। पातशाह कहंदे हे वाहिगुरू, मेरी जात भी कमीनी है ते पत भी कमीनी है ते मेरा जन्म भी होशे करदा है। रविदास कहंदा कि हे वाहिगुरू, मैं तो आप ही दी सरन विच आया, मैं जुत्तियां गंढण नहीं जानदा। लोग मेरे पास जुत्तियां गंढाउंदे ने, मेरे पास आर नहीं जिस दे नाल मैं तोपा लावां, ना ही मेरे पास कोई रंबी है जिस दे नाल मैं टाकी ला के छिलके टोटे करके ये इन्हां दे जुत्तियां गंढ के देवां। मैं तो तेरा भगत हाँ, तेरी बंदगी करन वास्ते इस शरीर नूं धार के आया। इसी बचन भगत रविदास साहब जी दे ते इत्थे अज आपां समाप्ति कर देंगे। कल तो फिर अगले बचनां दे नाल सांझ पावांगे।